19ਵੀਂ ਸਦੀ ਦੇ ਅੰਤ ਵਿੱਚ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਨੂੰ ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਤੋਂ ਦੂਰ ਕਰਕੇ ਅੰਗਰੇਜ਼ੀ ਸੱਭਿਅਤਾ ਸਿਖਾਉਣ ਦੀ ਕੋਸ਼ਿਸ਼ ਕੀਤੀ। ਅੰਗਰੇਜ਼ਾਂ ਨੇ ਵੀ ਭਾਰਤੀ ਕਲਾ ਦੀ ਸਖਤ ਆਲੋਚਨਾ ਕੀਤੀ। ਭਾਰਤ ਲਈ ਥੋੜੀ ਜਿਹੀ ਵੀ ਹਮਦਰਦੀ ਰੱਖਣ ਵਾਲੇ ਯੂਰਪੀ ਲੋਕਾਂ ਨੇ ਸਭ ਤੋਂ ਵਧੀਆ ਭਾਰਤੀ ਮੂਰਤੀਆਂ ਤੇ ਯੂਨਾਨੀ ਪ੍ਰਭਾਵ ਦਾ ਪ੍ਰਗਟਾਵਾ ਕੀਤਾ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਰਬਿੰਦਰਨਾਥ ਠਾਕੁਰ ਅਤੇ ਦੇਸ਼ਬੰਧੂ ਚਿਤਰੰਜਨ ਦਾਸ ਆਦਿ ਨੇ ਭਾਰਤੀ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਬੰਗਾਲ ਸ਼ੈਲੀ ਦੀ ਪੁਨਰਸੁਰਜੀਤੀ 1884 ਵਿੱਚ ਸ਼੍ਰੀ ਈ.ਵੀ. ਹੈਵਲ ਮਦਰਾਸ ਆਰਟ ਸਕੂਲ ਦੇ ਪ੍ਰਿੰਸੀਪਲ ਬਣੇ। 1896 ਈਸਵੀ ਵਿੱਚ ਉਸਨੇ ਭਾਰਤ ਦੀ ਪੇਂਟਿੰਗ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਿਆ। ਕੁਝ ਸਮੇਂ ਬਾਅਦ ਉਹ ਕਲਕੱਤਾ ਆਰਟ ਸਕੂਲ ਦਾ ਪ੍ਰਿੰਸੀਪਲ ਬਣ ਗਿਆ। ਇੱਥੇ ਅਬਿੰਦਰਨਾਥ ਠਾਕੁਰ ਉਸ ਦੇ ਸੰਪਰਕ ਵਿੱਚ ਆਇਆ, ਜਿਸ ਨੇ ਬਾਅਦ ਵਿੱਚ ਬੰਗਾਲ ਸ਼ੈਲੀ ਜਾਂ ਠਾਕੁਰ ਸ਼ੈਲੀ ਸ਼ੁਰੂ ਕੀਤੀ। ਅਵਨੀ ਬਾਬੂ ਦੀ ਕਲਾ ਪੱਛਮੀ, ਯੂਰਪੀ, ਈਰਾਨੀ, ਚੀਨੀ, ਜਾਪਾਨੀ, ਮੁਗਲ ਅਤੇ ਅਜੰਤਾ ਤੋਂ ਪ੍ਰਭਾਵਿਤ ਸੀ। ਇਹਨਾਂ ਸਭ ਦੇ ਤਾਲਮੇਲ ਨਾਲ ਉਨ੍ਹਾਂ ਨੇ ਠਾਕੁਰ ਸ਼ੈਲੀ ਦੀ ਸ਼ੁਰੂਆਤ ਕੀਤੀ। 1905 ਵਿੱਚ ਅਬਿੰਦਰਨਾਥ ਟੈਗੋਰ ਨੂੰ ਕਲਕੱਤਾ ਆਰਟ ਸਕੂਲ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ। ਨੰਦਲਾਲ ਬਾਸੂ, ਅਸਿਤ ਕੁਮਾਰ ਹਲਦਾਰ, ਸੁਰੇਂਦਰਨਾਥ ਗੁਪਤਾ, ਦੇਵੀ ਪ੍ਰਸਾਦ ਰਾਏ ਚੌਧਰੀ ਅਤੇ ਉਕੀਲ ਭਰਾ ਪ੍ਰਮੁੱਖ ਸਨ। 1905 ਵਿੱਚ ਇੰਡੀਅਨ ਸੁਸਾਇਟੀ ਆਫ ਓਰੀਐਂਟਲ ਆਰਟ ਦੀ ਸਥਾਪਨਾ ਕੀਤੀ ਗਈ ਸੀ। 1919 ਵਿੱਚ ਰੂਪਮ ਨਾਮਕ ਮੈਗਜ਼ੀਨ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਅਤੇ ਸੱਸਾ ਭਾਰਤੀ ਪਰੰਪਰਾਗਤ ਕਲਾਵਾਂ ਦੀ ਸਿੱਖਿਆ ਲਈ ਅਬਿੰਦਰਨਾਥ ਠਾਕੁਰ, ਗਗੇਂਦਰਨਾਥ ਠਾਕੁਰ, ਨੰਦਲਾਲ ਬਾਸੂ ਅਤੇ ਕਸ਼ਤਿੰਦਰਨਾਥ ਨੇ ਇਸ ਦੀਆਂ ਕਲਾਸਾਂ ਵਿੱਚ ਭਾਗ ਲਿਆ। ਚਲਾਇਆ। ਇਸ ਸੰਸਥਾ ਦੀ ਪਹਿਲੀ ਪ੍ਰਦਰਸ਼ਨੀ ਵਿੱਚ ਅਬਿੰਦਰਨਾਥ ਠਾਕੁਰ, ਗਗੇਂਦਰਨਾਥ ਠਾਕੁਰ, ਨੰਦਲਾਲ ਬਾਸੂ, ਸੁਰੇਂਦਰਨਾਥ ਗਾਂਗੁਲੀ, ਅਸਿਤ ਕੁਮਾਰ ਹਲਦਰ ਅਤੇ ਕੇ. ਵੈਂਕਟੱਪਾ ਨੇ ਸ਼ਿਰਕਤ ਕੀਤੀ। ਹੌਲੀ-ਹੌਲੀ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਦੀ ਗਿਣਤੀ ਵੱਧਦੀ ਗਈ। ਈ.ਵੀ. ਹੈਵਲ, ਪਰਸੀ ਬ੍ਰਾਊਨ, ਆਨੰਦ ਕੈਂਟਿਸ਼, ਕੁਮਾਰ ਸਵਾਮੀ ਆਦਿ ਨੇ ਵੀ ਇਸ ਸੰਸਥਾ ਨੂੰ ਭਰਪੂਰ ਸਹਿਯੋਗ ਦਿੱਤਾ। ਬੰਗਾਲ ਵਿੱਚ ਜਾਪਾਨੀ ਚਿੱਤਰਕਾਰ। ਜਾਪਾਨ ਦੇ ਪ੍ਰਸਿੱਧ ਕਲਾਕਾਰ ਅਤੇ ਦਾਰਸ਼ਨਿਕ ਓਨਕਾਕੁਰਾ 1902 ਈਸਵੀ ਵਿੱਚ ਭਾਰਤ ਆਏ ਸਨ। ਉਹ ਪੂਰਬੀ ਕਲਾ ਦੇ ਵਿਕਾਸ ਲਈ ਅਧੂਰਾ ਸੀ। 1903 ਵਿੱਚ ਉਸ ਦੀ ਪੁਸਤਕ ਆਈਡੀਅਲਜ਼ ਆਫ ਦੱਦਾ ਈਸਟ ਪ੍ਰਕਾਸ਼ਿਤ ਹੋਈ। ਦੋ ਜਾਪਾਨੀ ਚਿੱਤਰਕਾਰ ਯੋਕੋਹਾਮਾ ਟੇਕਨ ਅਤੇ ਹਿਸ਼ੀਦਾ ਵੀ ਭਾਰਤ ਆਏ ਅਤੇ ਲਗਭਗ 2 ਸਾਲ ਅਵਨੀ ਬਾਬੂ ਨਾਲ ਰਹੇ। ਅਵਨੀ ਬਾਬੂ ਨੇ ਉਸ ਤੋਂ ਚੀਨੀ ਅਤੇ ਜਾਪਾਨੀ ਪੇਂਟਿੰਗ ਵਿਧੀਆਂ ਦੇ ਨਾਲ ਹੋਰ ਕਲਾਕਾਰਾਂ ਤੋਂ ਫਾਰਸੀ, ਤਿੱਬਤੀ, ਜਾਵਾਨੀ ਅਤੇ ਹੋਰ ਕਲਾ ਸ਼ੈਲੀਆਂ ਸਿੱਖੀਆਂ ਅਤੇ ਬੰਗਾਲ ਸ਼ੈਲੀ ਜਾਂ ਠਾਕੁਰ ਸ਼ੈਲੀ ਨਾਂ ਦੀ ਨਵੀਂ ਤਕਨੀਕ ਵਿਕਸਿਤ ਕੀਤੀ। ਈ.ਵੀ. ਬੰਗਾਲ ਦੀ ਲੋਕਪਤ ਪੇਂਟਿੰਗ ਦੇ ਨਾਲ ਹੈਵਲ ਨੇ ਭਾਰਤੀ ਕਲਾ ਤੇ ਕਿਤਾਬਾਂ ਲਿਖੀਆਂ ਜਿਵੇਂ ਆਈਡੀਅਲਜ਼ ਆਫ ਇੰਡੀਅਨ ਆਰਟ, ਇੰਡੀਅਨ ਪੇਂਟਿੰਗ ਏ ਸਕਲਪਚਰ, ਦੱਦਾ ਬੰਗਾਲ ਪੈਟ ਅਤੇ ਅਜੰਤਾ ਫਰੈਸਕੋਜ਼। ਬੰਗਾਲ ਸਟਾਈਲ ਦੀਆਂ ਵਿਸ਼ੇਸ਼ਤਾਵਾਂ। ਇਸ ਸ਼ੈਲੀ ਲਈ ਪ੍ਰੇਰਨਾ ਦੇ ਮੁੱਖ ਸਰੋਤ ਅਜੰਤਾ, ਮੁਗਲ ਅਤੇ ਰਾਜਸਥਾਨੀ ਚਿੱਤਰਕਾਰੀ ਸਨ। ਜਾਪਾਨ, ਚੀਨ, ਈਰਾਨ, ਯੂਰਪ ਦੀ ਕਲਾ ਵੀ ਅਸਿੱਧੇ ਤੌਰ ਤੇ ਪ੍ਰਭਾਵਿਤ ਹੋਈ। ਇਸ ਸ਼ੈਲੀ ਵਿੱਚ ਸਾਦਗੀ, ਸਪਸ਼ਟਤਾ ਅਤੇ ਸੁਭਾਵਿਕਤਾ ਹੈ। ਬਹੁਤ ਸਾਰੇ ਨਿਯਮ। ਲਚਕਤਾ ਕਿ ਇਸ ਦੇ ਹਰੇਕ ਚਿੱਤਰਕਾਰ ਨੇ ਵੱਖਰੀਆਂ ਵਿਸ਼ੇਸ਼ਤਾਵਾਂ ਵਿਕਸਿਤ ਕੀਤੀਆਂ ਹਨ। ਕਰ ਸਕਦਾ ਹੈ। ਇਸ ਦੇ ਚਿੱਤਰਕਾਰਾਂ ਨੇ ਨਰਮ ਅਤੇ ਗਤੀਸ਼ੀਲ ਡਰਾਇੰਗ ਵਿੱਚ ਭਾਰਤ ਦੀ ਪ੍ਰਾਚੀਨ ਪੇਂਟਿੰਗ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਸਰੀਰ ਵਿਗਿਆਨ ਦੇ ਨਿਯਮਾਂ ਵਿੱਚ ਪ੍ਰਾਚੀਨ ਆਮ ਚਰਿੱਤਰ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਸੀ। ਰੰਗ ਸਕੀਮ ਨਰਮ ਅਤੇ ਸੁਮੇਲ ਹੈ। ਪਾਣੀ ਦੇ ਰੰਗ ਵਰਤੇ ਗਏ ਸਨ, ਜਿਨ੍ਹਾਂ ਨੂੰ ਕਈ ਚਿੱਤਰਕਾਰਾਂ ਨੇ ਧੋਣ ਦੀ ਵਿਧੀ ਨਾਲ ਭਰਿਆ ਸੀ। ਟੈਂਪਰੇ ਰੰਗਾਂ ਦੀ ਵੀ ਵਰਤੋਂ ਕੀਤੀ ਗਈ ਹੈ। ਅਕਸਰ ਪੁਰਾਤਨ ਇਤਿਹਾਸਕ, ਮਿਥਿਹਾਸਕ ਅਤੇ ਸਾਹਿਤਕ ਵਿਸ਼ਿਆਂ ਨੂੰ ਚਿਤਰਿਆ ਗਿਆ ਹੈ ਅਤੇ ਸਮਕਾਲੀ ਭਾਰਤੀ ਘਰੇਲੂ ਜੀਵਨ ਦੀਆਂ ਕੁਝ ਤਸਵੀਰਾਂ ਵੀ ਬਣਾਈਆਂ ਗਈਆਂ ਹਨ, ਪਰ ਉਸ ਸਮੇਂ ਦੇ ਰਾਜਨੀਤਿਕ ਮਾਹੌਲ ਦਾ ਇਸ ਤੇ ਕੋਈ ਪ੍ਰਭਾਵ ਨਹੀਂ ਹੈ।
ਸੁਤੰਤਰਤਾ ਅੰਦੋਲਨ ਦੇ ਰੂਪ ਵਿੱਚ ਉਪਜੀ ਸੀ। ਸ਼ੁਰੂ ਵਿੱਚ ਇਸ ਦਾ ਹਰ ਥਾਂ ਵਿਰੋਧ ਹੋਇਆ ਕਿਉਂਕਿ ਲੋਕ ਸਮਝਦੇ ਸਨ ਕਿ ਭਾਰਤ ਯੂਰਪੀ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਅੱਗੇ ਵਧਾ ਕੇ ਤਰੱਕੀ ਕਰ ਸਕਦਾ ਹੈ। ਅਬਿੰਦਰਨਾਥ ਠਾਕੁਰ ਆਧੁਨਿਕ ਭਾਰਤੀ ਪੇਂਟਿੰਗ ਅੰਦੋਲਨ ਦੇ ਪਹਿਲੇ ਵੈਤਾਲਿਕ ਸ਼੍ਰੀ ਅਬਿੰਦਰਨਾਥ ਠਾਕੁਰ ਦਾ ਜਨਮ ਅਸ਼ਟਮੀ ਦੇ ਦਿਨ 1871 ਵਿੱਚ ਜੋਰਾਸਾਂਕੋ ਨਾਮਕ ਸਥਾਨ ਤੇ ਹੋਇਆ ਸੀ। 1881 ਦੇ ਮੱਧ ਵਿੱਚ ਸ਼ੁਰੂਆਤੀ ਸਿੱਖਿਆ ਪ੍ਰਾਪਤ ਕਰਨ ਦੇ ਸਮੇਂ ਦੌਰਾਨ ਉਸਨੇ ਸੰਸਕ੍ਰਿਤ ਕਾਲਜ ਵਿੱਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਸਾਹਿਤ, ਸੰਗੀਤ ਅਤੇ ਚਿੱਤਰਕਾਰੀ ਦੀ ਪੜ੍ਹਾਈ ਕੀਤੀ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਉਸਨੇ ਯੂਰਪੀਅਨ ਸ਼ੈਲੀ ਵਿੱਚ ਕੁਝ ਸੁੰਦਰ ਚਿੱਤਰ ਬਣਾਏ ਪਰ ਫਿਰ ਵੀ ਉਹ ਸੰਤੁਸ਼ਟ ਨਹੀਂ ਹੋਇਆ। ਇੱਕ ਵਾਰ ਰਾਜਾ ਰਵੀ ਵਰਮਾ ਉਹਨਾਂ ਦੇ ਘਰ ਆਏ ਤਾਂ ਉਹਨਾਂ ਨੇ ਬੱਚੇ ਅਬਿੰਦਰਨਾਥ ਦੁਆਰਾ ਬਣਾਏ ਚਿੱਤਰਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਦੀ ਸਜਾਵਟ ਅਤੇ ਸੁੰਦਰਤਾ ਤੋਂ ਪ੍ਰੇਰਿਤ ਹੋ ਕੇ ਉਸਨੇ ਭਾਰਤੀ ਪੇਂਟਿੰਗਾਂ ਦੀ ਖੋਜ ਕੀਤੀ ਅਤੇ ਰਬਿੰਦਰਨਾਥ ਟੈਗੋਰ ਦੀ ਸਲਾਹ ਨਾਲ ਉਸਨੇ ਵਿਦਿਆਪਤੀ ਅਤੇ ਚੰਡੀਦਾਸ ਦੇ ਗੀਤਾਂ ਨੂੰ ਪੇਂਟ ਕਰਨਾ ਸ਼ੁਰੂ ਕੀਤਾ। ਈ.ਵੀ. ਹੈਵਲ ਦੀ ਦੇਖ-ਰੇਖ ਹੇਠ ਉਸਨੇ ਨਵੇਂ ਪ੍ਰਯੋਗ ਸ਼ੁਰੂ ਕੀਤੇ ਅਤੇ ਗੀਤ ਗੋਵਿੰਦ ਬੁੱਧ ਜਨਮ ਅਤੇ ਬੁੱਧ ਅਤੇ ਸੁਜਾਤਾ ਤਾਜ ਮਹਿਲ ਦੀ ਉਸਾਰੀ, ਸ਼ਾਹਜਹਾਂ ਦੀ ਮੌਤ ਆਦਿ ਵਰਗੇ ਕਈ ਸਫਲ ਚਿੱਤਰ ਤਿਆਰ ਕੀਤੇ। 1898 ਈਸਵੀ ਤੋਂ 1905 ਈਸਵੀ ਤੱਕ ਅਵਨੀ ਬਾਬੂ ਕਲਕੱਤਾ ਆਰਟ ਸਕੂਲ ਦੀ ਵਾਈਸ ਪ੍ਰਿੰਸੀਪਲ ਰਹੀ ਅਤੇ 1905 ਈਸਵੀ ਤੋਂ 1915 ਈਸਵੀ ਤੱਕ ਉਹ ਪ੍ਰਿੰਸੀਪਲ ਰਹੀ। ਸੰਨ 1919 ਈਸਵੀ ਵਿੱਚ ਸ਼ਾਂਤੀ ਨਿਕੇਤਨ ਵਿੱਚ ਕਲਾ ਭਵਨ ਦੀ ਸਥਾਪਨਾ ਅਤੇ ਨੰਦਲਾਲ ਬਾਸੂ ਦੇ ਉੱਥੇ ਮੁੱਖ ਅਧਿਆਪਕ ਬਣਨ ਤੋਂ ਬਾਅਦ ਵੀ ਚਿੱਤਰਾ ਕਲੱਬ ਦੀਆਂ ਗਤੀਵਿਧੀਆਂ ਰੁਕ ਗਈਆਂ। ਉਸ ਨੂੰ ਪ੍ਰਾਚੀਨ ਭਾਰਤੀ ਕਲਾ ਨਾਲ ਬਹੁਤ ਲਗਾਅ ਸੀ। ਪੁਰਾਣੇ ਕੰਮ ਖਰੀਦੋ, ਜ਼ਿਆਦਾ ਪੈਸਾ ਖਰਚ ਕੀਤਾ। 1909 ਤੋਂ 10 ਵਿੱਚ ਅਜੰਤਾ ਚਿੱਤਰਾਂ ਦੀ ਨਕਲ। ਲੇਡੀ ਹੈਰਿੰਗਮ ਉਸ ਦੀ ਮਦਦ ਲਈ ਉਸ ਦੇ ਚੇਲੇ ਨੰਦਲਾਲ ਬਾਸੂ, ਅਸਿਤ ਕੁਮਾਰ ਹਲਦਾਰ, ਸੁਰੇਂਦਰਨਾਥ ਗੁਪਤਾ ਅਤੇ ਵਕਤੱਪਾ ਨੂੰ ਭੇਜਿਆ। ਇਹ ਪ੍ਰਤੀਰੂਪ ਭਾਰਤ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਅਵਿੰਦਰਨਾਥ ਖੁਦ ਇੱਕ ਕਲਾਕਾਰ ਹੀ ਨਹੀਂ ਸਗੋਂ ਇੱਕ ਕਲਾ ਅਧਿਆਪਕ ਵੀ ਸੀ। ਉਸਨੇ ਆਪਣੇ ਚੇਲਿਆਂ ਦੇ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਪੂਰੀ ਮਦਦ ਕੀਤੀ। ਚਿੱਤਰਕਲਾ ਦੇ 6 ਭਾਗਾਂ ਬਾਰੇ ਉਨ੍ਹਾਂ ਦੀ ਕਿਤਾਬ ਸ਼ਡੰਗ ਬਹੁਤ ਮਸ਼ਹੂਰ ਹੈ। ਸ਼੍ਰੀ ਆਨੰਦ ਕੁਮਾਰ ਸਵਾਮੀ ਨੇ ਵੀ ਆਪਣੀਆਂ ਲਿਖਤਾਂ ਰਾਹੀਂ ਬੰਗਾਲ ਸਕੂਲ ਦੀ ਤਰੱਕੀ ਵਿੱਚ ਬਹੁਤ ਮਦਦ ਕੀਤੀ। 1 ਸਤੰਬਰ 1951 ਨੂੰ ਉਨ੍ਹਾਂ ਦੀ ਮੌਤ ਹੋ ਗਈ। ਅਵਨੀ ਬਾਬੂ ਦੀ ਕਲਾ ਅਬਿੰਦਰਨਾਥ ਦੀਆਂ ਕਲਾਕ੍ਰਿਤੀਆਂ ਦੀ ਭਾਰਤੀਤਾ ਬਰਾਬਰ ਦੀ ਆਲੋਚਨਾ ਦਾ ਵਿਸ਼ਾ ਰਹੀ ਹੈ। ਵਿਸ਼ਿਆਂ ਦੇ ਲਿਹਾਜ਼ ਨਾਲ ਉਸ ਦੀ ਕਲਾ ਪੂਰੀ ਤਰ੍ਹਾਂ ਭਾਰਤੀ ਹੈ ਅਤੇ ਇਸ ਵਿੱਚ ਇੱਕ ਭਾਵੁਕ ਕਲਾਕਾਰ ਹਮੇਸ਼ਾ ਆਪਣੇ ਯੁੱਗ ਤੋਂ ਪ੍ਰਭਾਵਿਤ ਹੁੰਦਾ ਹੈ। ਸਾਰੇ ਆਲੋਚਕਾਂ ਨੇ ਅਬਿੰਦਰਨਾਥ ਠਾਕੁਰ ਦੀ ਕਲਾ ਦੇ ਮਹੱਤਵ ਨੂੰ ਬਰਾਬਰ ਨਹੀਂ ਸਮਝਿਆ। ਕੁਮਾਰ ਸਵਾਮੀ ਦੇ ਬਾਅਦ ਆਰਚਰ ਨੇ 1959 ਈਸਵੀ ਵਿੱਚ ਕਿਹਾ ਸੀ, ਅਵਨੀ ਬਾਬੂ ਦੀ ਸ਼ੈਲੀ ਵਿੱਚ ਕੁਝ ਵਿਸ਼ੇਸ਼ਤਾਵਾਂ ਇਸ ਦੇ 30 ਸਾਲਾਂ ਦੇ ਵਿਕਾਸ ਦੌਰਾਨ ਸਥਿਰ ਹੋ ਗਈਆਂ ਸਨ। ਅਨਿਸ਼ਚਿਤ ਰੇਖਿਕ ਚਿੱਤਰਾਂ ਦਾ ਸਪਸ਼ਟ ਰੰਗ ਫੋਕਸ, ਔਰਤਾਂ ਵਰਗੀਆਂ ਕੋਮਲ ਚਿੱਤਰਾਂ ਵਿੱਚ ਦਿਲਚਸਪੀ, ਮਰੀਜ਼ਾਂ ਵਰਗਾ ਕਮਜ਼ੋਰ ਸਰੀਰ ਅਤੇ ਭਾਵਨਾਤਮਕਤਾ ਉਹਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ। ਜਯਾ ਅਪਸਾਮੀ ਨੇ ਅਵਿੰਦਰਨਾਥ ਦੀ ਕਲਪਨਾ ਨੂੰ ਵਿਸਲਰ ਨਾਲੋਂ ਉੱਤਮ ਮੰਨਿਆ ਅਤੇ ਰੰਗਾਂ ਅਤੇ ਆਕਾਸ਼ੀ ਪ੍ਰਭਾਵਾਂ ਨੂੰ ਟਰਨਰ ਨਾਲੋਂ ਉੱਤਮ ਮੰਨਿਆ। ਪ੍ਰਦੋਸ਼ਦਾਸ ਗੁਪਤਾ ਨੇ ਅਵਨੀ ਬਾਬੂ ਨੂੰ ਵਿਲੀਅਮ ਬਲੈਕ ਵਾਂਗ ਆਦਰਸ਼ ਚਿੰਤਕ ਕਲਾਕਾਰ ਕਰਾਰ ਦਿੱਤਾ ਹੈ। ਵਿੱਚ ਦੇ ਵੀ ਕਾਰਜ ਪ੍ਰਣਾਲੀ ਨਾਮ ਇੰਨਾ ਐਸ ਜਾਂ ਚਲਾ ਗਿਆ ਹੋਇਆ। ਸਮਕਾਲੀ 105 ਅਵਨੀ ਬਾਬੂ ਦੀਆਂ ਮਸ਼ਹੂਰ ਪੇਂਟਿੰਗਾਂ ਹਨ ਸ਼ਾਹਜਹਾਂ ਦਾ ਆਖਰੀ ਸਮਾਂ ਤੇ ਵਿਅਕਸ਼ਤਾ, ਰਾਧਾ ਕ੍ਰਿਸ਼ਨ, ਔਰੰਗਜ਼ੇਬ ਆਦਿ। ਰਾਧਾ ਕ੍ਰਿਸ਼ਨ ਵਿੱਚ ਸੁਮੇਲ ਦੀ ਉੱਤਮਤਾ ਦਿਖਾਈ ਦਿੰਦੀ ਹੈ। ਮੋਨੋਕੂਲਰ ਚਿਹਰੇ ਦਾ ਰੂਪ ਪਹਾੜੀ ਸ਼ੈਲੀ ਦੇ ਸਮਾਨ ਹੈ। ਸ਼ਾਹਜਹਾਂ ਦੇ ਆਖਰੀ ਸਮੇਂ ਵਿੱਚ ਸਰਦੀਆਂ ਦੀ ਸਵੇਰ ਨੂੰ ਦੂਰੀ ਵਿੱਚ ਧੁੰਦ ਵਿੱਚ ਝਾਤ ਮਾਰਦਾ ਤਾਜ ਮਹਿਲ ਅਤੇ ਜ਼ਮੀਨ ਵਿੱਚ ਯਾਸਮੀਨ ਬੁਰਜ ਦੇ ਥੰਮ। ਉਸ ਨੇ ਮੁਗਲ ਸ਼ੈਲੀ ਵਿੱਚ ਜੋ ਚਿੱਤਰ ਬਣਾਏ ਹਨ
ਉਸ ਦੀਆਂ ਉਦਾਹਰਨਾਂ ਹਨ ਤਾਜ ਦਾ ਸੁਪਨਾ, ਤਾਜ ਮਹਿਲ ਦਾ ਨਿਰਮਾਣ, ਸ਼ਾਹਜਹਾਂ ਦੁਆਰਾ ਤਾਜ ਦੀ ਆਖਰੀ ਝਾਂਕੀ ਆਦਿ। ਉਸ ਦੀਆਂ ਹੋਰ ਮੂਲ ਪੇਂਟਿੰਗਾਂ ਹਨ ਧਿਆਨ ਵਿੱਚ ਬੁੱਧ, ਕਮਲ ਦੇ ਪੱਤੇ ਤੇ ਹੰਝੂ, ਜਾਵਾ ਦਾ ਡਾਂਸਰ, ਬੰਗਾਲ ਦੇ ਕੁਦਰਤੀ ਦ੍ਰਿਸ਼ ਅਤੇ ਚੈਤਨਿਆ ਆਦਿ। ਨੰਦਲਾਲ ਬਾਸੂ। ਨੰਦਲਾਲ ਬਾਸੂ ਦਾ ਜਨਮ 3 ਦਸੰਬਰ 1882 ਨੂੰ ਬਿਹਾਰ ਰਾਜ ਦੇ ਮੁੰਗੇਰ ਜ਼ਿਲ੍ਹੇ ਦੇ ਹਵੇਲੀ ਖੜਗਪੁਰ ਨਾਮਕ ਪਿੰਡ ਵਿੱਚ ਹੋਇਆ ਸੀ। ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਪ੍ਰਾਪਤ ਕਰਨ ਤੋਂ ਬਾਅਦ 1897 ਵਿੱਚ ਉਸਨੇ ਕਲਕੱਤਾ ਵਿੱਚ ਖੁਦੀਰਾਮ ਬਾਸੂ ਦੇ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ। 1902 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਉਹ ਤੁਲਿਕਾ ਜਾਦੂ ਵੱਲ ਮੁੜਿਆ। 1905 ਈਸਵੀ ਵਿੱਚ ਉਸ ਨੂੰ ਸਰਕਾਰੀ ਕਲਾ ਸਕੂਲ ਕਲਕੱਤਾ ਵਿੱਚ ਦਾਖਲ ਹੋਣ ਦੀ ਆਗਿਆ ਮਿਲੀ ਅਤੇ ਅਬਿੰਦਰਨਾਥ ਠਾਕੁਰ ਦੀ ਨਿਗਰਾਨੀ ਹੇਠ ਉਸਨੇ ਆਪਣੇ ਕਲਾ ਅਭਿਆਸ ਨੂੰ ਅੱਗੇ ਵਧਾਇਆ। ਇਸ ਸਮੇਂ ਦੌਰਾਨ ਉਹ ਅਬਿੰਦਰਨਾਥ ਟੈਗੋਰ, ਰਬਿੰਦਰਨਾਥ ਟੈਗੋਰ, ਆਨੰਦ ਕੁਮਾਰ ਸਵਾਮੀ ਅਤੇ ਮੁਕੁਲ ਡੇ ਦੀ ਵੱਖ-ਵੱਖ ਕਲਾ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸਹਾਇਤਾ ਕਰਦਾ ਰਿਹਾ। 1918 ਵਿੱਚ ਉਸਨੇ ਇੰਡੀਅਨ ਸੁਸਾਇਟੀ ਆਫ ਓਰੀਐਂਟਲ ਆਰਟ ਵਿੱਚ ਕੁਝ ਸਮੇਂ ਲਈ ਕਲਾ ਸਿਖਾਈ। 1921 ਵਿੱਚ ਉਸਨੇ ਬਾਗ ਗੁਫਾ ਚਿੱਤਰਾਂ ਦੀ ਨਕਲ ਕੀਤੀ। 1937 ਤੋਂ 38 ਵਿੱਚ ਹਰੀਪੁਰਾ ਕਾਂਗਰਸ ਪੰਡਾਲ ਲਈ ਪੋਸਟਰ ਬਣਾਏ। 1939 ਵਿੱਚ ਬੜੌਦਾ ਦੇ ਮਹਾਰਾਜਾ ਨੇ ਉਸ ਨੂੰ ਕੀਰਤੀ ਮੰਦਰ ਸਜਾਉਣ ਲਈ ਬੁਲਾਇਆ। 1950 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡੀ.ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ। 1952 ਵਿੱਚ ਵਿਸ਼ਵ ਭਾਰਤੀ ਵੱਲੋਂ ਦੇਸ਼ੀਕੋਟਮ, 1954 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ, 1968 ਵਿੱਚ ਕਲਕੱਤਾ ਅਕੈਡਮੀ ਆਫ ਫਾਈਨ ਆਰਟਸ ਸਿਲਵਰ ਜੁਬਲੀ ਮੈਡਲ ਨਾਲ ਸਨਮਾਨਿਤ। ਉਹ 16 ਅਪ੍ਰੈਲ 1966 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਨੰਦਲਾਲ ਬਾਸੂ ਦੀ ਕਲਾ। ਨੰਦਲਾਲ ਬਾਸੂ ਨੇ ਤਕਰੀਬਨ 10,000 ਪੇਂਟਿੰਗਾਂ ਬਣਾਈਆਂ ਹਨ। ਉਸ ਦੇ ਚਿੱਤਰਾਂ ਦੇ ਵਿਸ਼ੇ ਜ਼ਿਆਦਾਤਰ ਮਿਥਿਹਾਸਕ ਅਤੇ ਧਾਰਮਿਕ ਕਹਾਣੀਆਂ ਅਤੇ ਬੁੱਧ ਦੇ ਜੀਵਨ ਤੋਂ ਲਏ ਗਏ ਹਨ। ਬਾਸੂ ਨੇ ਬੜੌਦਾ ਵਿੱਚ ਵਿਗਿਆਨ ਮੰਦਰ, ਸ਼ਾਂਤੀ ਨਿਕੇਤਨ ਦੀ ਪੁਰਾਣੀ ਲਾਇਬ੍ਰੇਰੀ ਇਮਾਰਤ ਅਤੇ ਚੀਨਾ ਭਵਨ ਅਤੇ ਕੀਰਤੀ ਮੰਦਰ ਵਿੱਚ ਮੂਰਲ ਪੇਂਟਿੰਗ ਤਕਨੀਕ ਦੀ ਵਰਤੋਂ ਕੀਤੀ। ਸੰਨ 1928 ਈਸਵੀ ਵਿੱਚ ਇਤਾਲਵੀ ਮੂਰਲ ਕੋਟਿੰਗ ਵਿਧੀ ਦੁਆਰਾ ਦੱਦਾ ਗਰੂਮਜ਼ ਰਾਈਟ ਨਾਂ ਦਾ ਵਿਸ਼ਾਲ ਕੰਧ ਚਿੱਤਰ ਵੀ ਬਣਾਇਆ ਗਿਆ ਸੀ। ਬਾਅਦ ਵਿੱਚ ਉਹ ਗਰੀਬ ਮਜ਼ਦੂਰਾਂ ਅਤੇ ਮਹਾਤਮਾ ਗਾਂਧੀ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਉਸਨੇ ਕੀੜੇ, ਮਕੌੜਿਆਂ, ਪੰਛੀਆਂ, ਪਸ਼ੂ ਪੰਛੀਆਂ, ਜਾਨਵਰਾਂ, ਪੌਦਿਆਂ, ਫੁੱਲਾਂ, ਪਹਾੜਾਂ, ਧੁੰਦ, ਮੀਂਹ, ਬੱਦਲਾਂ ਆਦਿ ਦੀ ਬਹੁਤ ਹੀ ਭਾਵਪੂਰਤ ਨਿਸ਼ਾਨਦੇਹੀ ਵੀ ਕੀਤੀ ਹੈ। ਉਸਨੇ 1 ਘੰਟੇ ਵਿੱਚ ਪਾਂਡਵਾਂ ਦੀ ਹਿਮਾਲਿਆ ਦੀ ਚੜ੍ਹਾਈ ਨਾਂ ਦੀ 15 ਫੁੱਟ ਲੰਬੀ ਤਸਵੀਰ ਬਣਾਈ। ਸਤੀ ਦਾ ਬਲੀਦਾਨ, ਭੀਸ਼ਮ ਦਾ ਵਚਨ, ਧਰਿਤਰਾਸ਼ਟਰ ਅਤੇ ਗੰਧਾਰੀ, ਮੀਰਾਬਾਈ, ਕ੍ਰਿਸ਼ਨ ਅਤੇ ਅਰਜੁਨ, ਉਮਾ ਦੀ ਤਪੱਸਿਆ, ਬਸੰਤ, ਡਾਂਡੀ ਮਾਰਚ, ਗੰਗਾ ਅਵਤਾਰਨ, ਮਹਾਭਾਰਤ, ਯੁਧਿਸ਼ਠਿਰ ਦੀ ਅੰਤਿਮ ਯਾਤਰਾ, ਚੰਡਾਲਿਕਾ, ਕੌਰਵ ਪਾਂਡਵਾਂ ਦਾ ਸ਼ਤਰੰਜ ਖੇਡਣਾ ਅਤੇ ਪਹਾੜੀ ਧੁੰਦ ਆਦਿ ਦੀਆਂ ਕੁਝ ਤਸਵੀਰਾਂ ਹਨ। ਬਿੰਦੀ। ਉਹ ਆਪਣੀ ਬਾਹਰੀ ਦਿੱਖ ਦੀ ਬਜਾਏ ਆਪਣੇ ਅੰਦਰਲੇ ਗੁਣਾਂ ਉੱਤੇ ਜ਼ਿਆਦਾ ਜ਼ੋਰ ਦਿੰਦੇ ਸਨ। (236) 106 ਉਸ ਦੇ ਚਿੱਤਰਾਂ ਦੇ ਵਿਸ਼ੇ ਹੇਠ ਲਿਖੇ ਅਨੁਸਾਰ ਰੱਖੇ ਗਏ ਹਨ। 1. ਰਾਮਾਇਣ ਅਤੇ ਮਹਾਭਾਰਤ। 3. ਇਤਿਹਾਸਕ। 2. ਧਾਰਮਿਕ ਮਿਥਿਹਾਸ। 6. ਸਿਆਸੀ। 4. ਮੌਸਮ, ਤਿਉਹਾਰ ਅਤੇ ਜਸ਼ਨ। 6. ਜਨਤਕ ਜੀਵਨ। 8. ਵਿਅਕਤੀ ਦਾ ਪੋਰਟਰੇਟ। 17. ਜਾਨਵਰ ਅਤੇ ਪੌਦੇ। 10. ਜਲਜੀ ਦ੍ਰਿਸ਼। 9. ਜੰਗਲੀ ਕੁਦਰਤ। ਉਸ ਦੀ ਕਲਾ ਦਾ ਆਧੁਨਿਕ ਭਾਰਤ ਤੇ ਕੋਈ ਖਾਸ ਪ੍ਰਭਾਵ ਨਹੀਂ ਹੈ। ਉਸ ਦਾ ਜ਼ਿਆਦਾਤਰ ਕੰਮ ਵਰਣਨਯੋਗ ਹੈ। ਅਸਿਤ ਕੁਮਾਰ ਹਲਦਾਰ। ਸ੍ਰੀ ਹਲਦਰ ਦਾ ਜਨਮ 10 ਸਤੰਬਰ 1890 ਨੂੰ ਦਵਾਰਿਕਾਨਾਥ ਟੈਗੋਰ ਮਾਰਗ, ਕਲਕੱਤਾ ਵਿਖੇ ਹੋਇਆ। 18 ਸਾਲ ਦੀ ਉਮਰ ਵਿੱਚ ਉਸਨੇ ਲੰਡਨ ਵਿੱਚ ਇੱਕ ਮਸ਼ਹੂਰ ਭਾਸ਼ਣ ਦਿੱਤਾ। ਪਾਸਕਰਿਆ ਦੀ ਸਿੱਖਿਆ ਆਰਕੀਟੈਕਟ ਲਿਓਨਾਰਡ ਜੇਨਿੰਗਸ ਤੋਂ ਪ੍ਰਾਪਤ ਕੀਤੀ। 1914 ਵਿੱਚ ਉਸਨੇ ਜੋਗੀਮਾਰਾ ਦੀਆਂ ਪੇਂਟਿੰਗਾਂ ਦੀ ਨਕਲ ਕੀਤੀ ਅਤੇ ਇਸ ਵਿਸ਼ੇ ਤੇ ਖੋਜ ਕੀਤੀ।
1917 ਈਸਵੀ ਵਿੱਚ ਉਸਨੇ ਬਾਗ ਦੀ ਪੇਂਟਿੰਗ ਦਾ ਨਿਰੀਖਣ ਕੀਤਾ ਅਤੇ 1921 ਈਸਵੀ ਵਿੱਚ ਉਸਨੇ ਉਹਨਾਂ ਪੇਂਟਿੰਗਾਂ ਦੀਆਂ ਕਾਪੀਆਂ ਬਣਾਈਆਂ। ਉਸਨੇ 40 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ। ਇੱਕ ਵਾਰ ਸਵੈ ਵੱਲਭ ਭਾਈ ਪਟੇਲ ਨੇ ਪੁੱਛਿਆ ਕਿ ਰਬਿੰਦਰਨਾਥ ਟੈਗੋਰ ਤੋਂ ਬਾਅਦ ਕਲਾ ਦੇ ਖੇਤਰ ਵਿੱਚ ਉਹਨਾਂ ਦੀਆਂ ਵਿਲੱਖਣਤਾਵਾਂ ਨੂੰ ਕੌਣ ਲਿਆ ਸਕੇਗਾ। ਇਸ ਲਈ ਉਹਨਾਂ ਕਿਹਾ ਸੀ ਕਿ ਜਦੋਂ ਤੱਕ ਸ੍ਰੀ ਅਸਿਤ ਕੁਮਾਰ ਹਲਦਰ ਵਰਗਾ ਮਹਾਨ ਚਿੱਤਰਕਾਰ ਮੌਜੂਦ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਸਲ ਵਿੱਚ ਸ੍ਰੀ ਹਲਦਰ ਦੁਨੀਆ ਦੇ ਕਿਸੇ ਕਲਾਕਾਰ ਨਾਲੋਂ ਘੱਟ ਨਹੀਂ ਸਨ। ਵਿੱਚ ਅਸਿਤ ਕੁਮਾਰ ਹਲਦਰ ਦੀ ਕਲਾ। ਉਸ ਦੀਆਂ ਮੁੱਢਲੀਆਂ ਰਚਨਾਵਾਂ ਕੰਧ ਚਿੱਤਰਾਂ ਦੀ ਸ਼ੈਲੀ ਵਿੱਚ ਲਿਖੀਆਂ ਗਈਆਂ ਹਨ। ਉਸਨੇ ਵਾਟਰ ਕਲਰ, ਟੈਂਪਰੇਰਾ ਅਤੇ ਆਇਲ ਕਲਰ ਵਿੱਚ ਕੰਮ ਕੀਤਾ ਹੈ। ਕੋਮਲਤਾ ਅਤੇ ਮਿਠਾਸ ਉਸ ਦੀ ਕਲਾ ਦੇ ਮੁੱਖ ਗੁਣ ਹਨ। ਭਾਵਨਾਤਮਕ ਕਲਪਨਾ, ਇਕਸੁਰਤਾ, ਤਾਲ, ਸੁਚੱਜੀ ਚਿੱਤਰਕਾਰੀ ਅਤੇ ਕੋਮਲ ਰੰਗ ਸਕੀਮ, ਇਹ ਸਭ ਉਸ ਵਿੱਚ ਸੁੰਦਰਤਾ ਨਾਲ ਤਾਲਮੇਲ ਕੀਤਾ ਗਿਆ ਹੈ। ਉਸ ਨੇ ਲੱਕੜ ਤੇ ਲੈਕਚਰ ਵਾਰਨਿਸ਼ ਲਗਾ ਕੇ ਟੈਂਪਰੇਰਾ ਵਿਧੀ ਦੁਆਰਾ ਚਿੱਤਰਕਾਰੀ ਦੀ ਇੱਕ ਵਿਸ਼ੇਸ਼ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨੂੰ ਲੈਕਸਿਕ ਕਿਹਾ ਜਾਂਦਾ ਹੈ। ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਦੇ ਕਈ ਚਿੱਤਰ ਗ੍ਰੰਥਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿੱਚ ਮੇਘਦੂਤ, ਰਿਤੂ ਸੰਹਾਰ, ਉਮਰਖਿਯਮ ਅਤੇ ਰਾਮਾਇਣ ਆਦਿ ਪ੍ਰਮੁੱਖ ਹਨ। ਉਸ ਦੀ ਪੇਂਟਿੰਗ ਐਟ ਦਾ ਕਰਾਸਰੋਡਸ ਵਿੱਚ ਰੋਮਾਂਟਿਕ ਇੱਛਾ ਅਤੇ ਰਹੱਸਵਾਦੀ ਪ੍ਰਗਟਾਵੇ ਦੀ ਇਕਸੁਰਤਾ ਹੈ। ਇਸ ਵਿੱਚ ਇੱਕ ਮਾਇਆ ਸੰਸਾਰ ਸਿਰਜਿਆ ਗਿਆ ਹੈ। ਇਹ ਲੱਕੜ ਉੱਤੇ ਇੱਕ ਲੱਖੀ ਚਿੱਤਰਕਾਰੀ ਹੈ। ਸ੍ਰੀ ਹਲਦਰ ਕੇਵਲ ਕਾਰੀਗਰ ਹੀ ਨਹੀਂ ਸਨ। ਉਸਨੇ ਬੱਚਿਆਂ ਦੇ ਮਨੋਰੰਜਨ, ਦਰਸ਼ਨ ਅਤੇ ਲਲਿਤ ਕਲਾਵਾਂ ਤੇ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਵੀ ਕਾਫੀ ਲਿਖਣ ਦਾ ਕੰਮ ਕੀਤਾ ਹੈ। ਉਸਨੇ ਆਪਣੇ ਜੀਵਨ ਕਾਲ ਵਿੱਚ ਲਗਭਗ 40 ਕਿਤਾਬਾਂ ਦੀ ਰਚਨਾ ਕੀਤੀ ਹੈ, ਜਿਸ ਵਿੱਚ ਭਾਰਤੀ ਸੱਭਿਆਚਾਰ ਇੱਕ ਨਜ਼ਰ, ਗੌਤਮ ਗਾਥਾ, ਭਾਰਤੀ ਪੇਂਟਿੰਗ, ਲਲਿਤ ਕਲਾ ਕੀ ਧਾਰਾ ਅਤੇ ਰੂਪਦਰਸ਼ਿਕਾ ਪ੍ਰਮੁੱਖ ਹਨ। ਕਸ਼ਤਿੰਦਰਨਾਥ ਮਜ਼ੂਮਦਾਰ। ਕਸ਼ਤਿੰਦਰਨਾਥ ਮਜ਼ੂਮਦਾਰ ਦਾ ਜਨਮ 1891 ਈਸਵੀ ਵਿੱਚ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਨਿਮਿਤਤਾ ਨਾਮਕ ਸਥਾਨ ਵਿੱਚ ਹੋਇਆ ਸੀ। 1909 ਵਿੱਚ ਉਸਨੇ ਕਲਕੱਤਾ ਆਰਟ ਸਕੂਲ ਵਿੱਚ ਦਾਖਲਾ ਲਿਆ ਅਤੇ ਅਬਿੰਦਰਨਾਥ ਟੈਗੋਰ ਦੀ ਚੇਲਾਤਾ ਪ੍ਰਾਪਤ ਕੀਤੀ। ਸ੍ਰੀ ਮਜ਼ੂਮਦਾਰ ਨੇ ਆਪਣੀ ਇੱਛਾ ਅਨੁਸਾਰ ਬਾਲ ਤਰੋਵ ਦੀ ਤਪੱਸਿਆ ਦੀ ਤਸਵੀਰ ਬਣਾਈ। ਦੂਜੀ ਤਸਵੀਰ ਰਾਧਾ ਕਾ ਅਬਿਸਾਰ ਬਣਾਈ। ਪਹਿਲੀ ਤਸਵੀਰ ਇੱਕ ਅੰਗਰੇਜ਼ ਨੇ 80 ਰੁਪਏ ਵਿੱਚ ਖਰੀਦੀ ਸੀ। ਉਸ ਸਮੇਂ ਲੰਡਨ ਦੇ ਰਾਇਲ ਕਾਲਜ ਆਫ ਆਰਟਸ ਦੇ ਪ੍ਰਧਾਨ ਮਿਸਟਰ ਰੋਥਸਟਾਈਨ ਨੇ ਭਾਰਤ ਦੌਰੇ ਦੌਰਾਨ ਕਲਕੱਤਾ ਆਰਟ ਸਕੂਲ ਦਾ ਦੌਰਾ ਕੀਤਾ ਸੀ। ਸ੍ਰੀ ਮਜ਼ੂਮਦਾਰ ਚੈਤਨਈ ਉੱਤੇ ਪੇਂਟਿੰਗ ਬਣਾਉਣ ਵਿੱਚ ਦਿਲਚਸਪੀ ਰੱਖਦੇ ਸਨ। ਸ੍ਰੀ ਮਜ਼ੂਮਦਾਰ ਵੀ ਸੁੰਦਰ ਵਾਰਾਂ ਦਾ ਕੀਰਤਨ ਕਰਦੇ ਸਨ। ਇਸ ਲਈ ਛੁੱਟੀ ਤੇ 21/22 AL 714 TGT ਕਲਾ ਪਲਾਂ ਵਿੱਚ ਹੀ ਅਵਿੰਦਰਨਾਥ ਉਸ ਤੋਂ ਕੀਰਤਨ ਵੀ ਸੁਣ ਲੈਂਦੇ ਸਨ। ਸ਼੍ਰੀ ਕੋਸ਼ ਨੇ ਮਜ਼ੂਮਦਾਰ ਦੀਆਂ 25 ਤੋਂ 26 ਪੇਂਟਿੰਗਾਂ ਖਰੀਦੀਆਂ। ਸ੍ਰੀ ਮਜ਼ੂਮਦਾਰ ਦੀ ਇੱਕ ਪੇਂਟਿੰਗ ਸ੍ਰੀ ਚੈਤਨਿਆ ਦਾ ਗ੍ਰਹਿ ਤਿਆਗ ਦੇਖ ਕੇ ਮੋਹਿਤ ਹੋ ਕੇ ਅਵਨੀ ਬਾਬੂ ਨੇ ਉਸ ਨੂੰ 200 ਰੁਪਏ ਇਨਾਮ ਵਜੋਂ ਵੀ ਦਿੱਤੇ ਸਨ। ਕਸ਼ਤਿੰਦਰਨਾਥ ਦੁਆਰਾ ਲਿਖੀਆਂ ਪੇਂਟਿੰਗਾਂ ਨੂੰ ਵਾਇਸਰਾਏ ਲਾਰਡ ਹੋਰਡਿੰਗਜ਼, ਲਾਰਡ ਰੋਨਾਲਡਸ਼ੇ ਆਦਿ ਦੁਆਰਾ ਖਰੀਦਿਆ ਗਿਆ ਸੀ। ਬਹੁਤ ਸਾਰੇ ਉੱਘੇ ਵਿਅਕਤੀਆਂ ਨੇ ਕਲਕੱਤਾ ਵਿੱਚ ਕਸ਼ਤਿੰਦਰਨਾਥ, ਵਿਪਿਨ ਚੰਦਰ ਪਾਲ, ਰਾਧਾ ਵਿਨੋਦ ਗੋਸਵਾਮੀ, ਪ੍ਰਾਣ ਗੋਪਾਲ ਗੋਸਵਾਮੀ, ਮਹਿੰਦਰ ਮਾਸਟਰ, ਕਨਖਲ ਵਿੱਚ ਪੋਲਾਨੰਦ ਗਿਰੀ ਅਤੇ ਕਈ ਮਹਾਨ ਵਿਅਕਤੀਆਂ ਨੇ ਹਰਿਦੁਆਰ ਅਤੇ ਵੀ ਨਵਦੀਪ ਵੈਸ਼ਨਵ ਸੰਤਾਂ ਨਾਲ ਹੋਇਆ। 1 ਸਤੰਬਰ 1942 ਨੂੰ ਉਨ੍ਹਾਂ ਨੂੰ ਇਸ ਵਿਭਾਗ ਦਾ ਪਹਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ। 5-6 ਸਾਲਾਂ ਬਾਅਦ ਇੰਡੀਅਨ ਪ੍ਰੈਸ ਇਲਾਹਾਬਾਦ ਦੇ ਮਾਲਕ ਸ਼੍ਰੀ ਹਰੀਕੇਸ਼ਵ ਕੋਸ਼ ਨੇ ਕਸ਼ਤਿੰਦਰਨਾਥ ਨੂੰ ਗੀਤਾ ਗੋਵਿੰਦ ਅਤੇ ਚੈਤਨਿਆ ਦੇ ਜੀਵਨ ਨਾਲ ਸੰਬੰਧਿਤ ਤਸਵੀਰਾਂ ਬਣਾਉਣ ਦਾ ਪ੍ਰਸਤਾਵ ਦਿੱਤਾ। ਇੰਡੀਅਨ ਪ੍ਰੈਸ ਵੱਲੋਂ ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਇਹ ਚਿੱਤਰੇ ਗੀਤ ਗੋਵਿੰਦ ਨਾਂ ਦੀ ਪੇਂਟਿੰਗ ਦੇ ਰੂਪ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਇਸ ਤੋਂ ਬਾਅਦ 1949, 1963 ਅਤੇ 1964 ਵਿੱਚ ਉਨ੍ਹਾਂ ਦੀਆਂ ਪੇਂਟਿੰਗਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਬੰਗਾਲ ਕਾਂਗਰਸ ਕਮੇਟੀ ਨੇ ਉਨ੍ਹਾਂ ਨੂੰ 1963 ਈਸਵੀ ਵਿੱਚ ਅਸ਼ੋਕਾ ਪਿੱਲਰ ਐਵਾਰਡ ਨਾਲ ਸਨਮਾਨਿਤ ਕੀਤਾ।
ਉਹ ਆਖਰੀ ਸਮੇਂ ਤੱਕ ਇਲਾਹਾਬਾਦ ਵਿੱਚ ਰਹੇ। 9 ਫਰਵਰੀ 1975 ਨੂੰ ਉਹ ਆਪਣੀ ਭਗਤੀ ਵਿੱਚ ਲੀਨ ਹੋ ਗਏ। ਬਣ ਗਏ ਹਨ ਕਸ਼ਤਿੰਦਰਨਾਥ ਮਜੂਮਦਾਰ ਦੀ ਕਲਾ। ਸ਼੍ਰੀ ਅਬਿੰਦਰਨਾਥ ਟੈਗੋਰ ਦੇ 4 ਮੁੱਖ ਚੇਲੇ ਗਿਣੇ ਜਾਂਦੇ ਹਨ: ਨੰਦਲਾਲ ਬਾਸੂ, ਅਸਿਤ ਕੁਮਾਰ ਹਲਦਾਰ, ਕਸ਼ਤਿੰਦਰਨਾਥ ਮਜੂਮਦਾਰ ਅਤੇ ਸ਼ੈਲੇਂਦਰਨਾਥ। ਸ੍ਰੀ ਮਜੂਮਦਾਰ ਦੀਆਂ ਕਲਾ ਕਿਰਤਾਂ ਭਾਵੁਕਤਾ ਨਾਲ ਭਰਪੂਰ ਹਨ। ਉਸ ਦੀਆਂ ਰਚਨਾਵਾਂ ਵਿੱਚ ਸੰਵੇਦਨਾਤਮਕ ਸੁੰਦਰਤਾ ਵੀ ਹੈ। ਮਿਥਿਹਾਸਕ ਵਿਸ਼ਿਆਂ ਵਿੱਚ ਦਿਲਚਸਪੀ ਨਹੀਂ ਸੀ। ਆਪਣੇ ਗੁਰੂ ਅਬਿੰਦਰਨਾਥ ਠਾਕੁਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਦੇ ਬਾਵਜੂਦ ਉਸਨੇ ਆਪਣੀ ਕਲਾ ਸ਼ੈਲੀ ਦੀ ਨਕਲ ਨਹੀਂ ਕੀਤੀ, ਬਲਕਿ ਇੱਕ ਮੌਲਿਕ ਸ਼ੈਲੀ ਦੀ ਰਚਨਾ ਕੀਤੀ। ਇਹਨਾਂ ਰਾਹੀਂ ਉਸਨੇ ਰਾਮਾਇਣ ਅਤੇ ਮਹਾਭਾਰਤ ਵਰਗੇ ਮਹਾਨ ਕਾਵਿਆਂ ਦੇ ਪਿੱਛੇ ਛੁਪੀ ਮੂਲ ਭਾਵਨਾ ਨੂੰ ਪਰਿਪੱਕਤਾ ਪ੍ਰਦਾਨ ਕੀਤੀ ਹੈ। ਉਸ ਦੀ ਸ਼ਖਸੀਅਤ ਦਾ ਅਸਲ ਪ੍ਰਤੀਬਿੰਬ ਰਾਧਾ ਦੇ ਰੂਪ ਵਿੱਚ ਮਿਲਦਾ ਹੈ। ਉਸ ਦੇ ਚਿੱਤਰਾਂ ਵਿੱਚ ਰੁੱਖਾਂ, ਵੇਲਾਂ ਅਤੇ ਝੌਂਪੜੀਆਂ ਦਾ ਮਨੁੱਖ ਨਾਲ ਬਹੁਤ ਹੀ ਸੁਮੇਲ ਹੈ। ਚਮਕਦਾਰ, ਕੋਮਲ ਅਤੇ ਪਾਰਦਰਸ਼ੀ ਰੰਗਾਂ ਅਤੇ ਵਿਸ਼ੇਸ਼ ਤੌਰ ਤੇ ਮੁਕਤਾ ਦੀ ਆਭਾ ਨਾਲ ਮਿਲਦੇ ਜੁਲਦੇ ਚਿੱਟੇ ਰੰਗਾਂ ਦੀ ਵਰਤੋਂ ਕਰਕੇ ਉਹ ਚਿੱਤਰਾਂ ਵਿੱਚ ਸੰਗੀਤਮਈ ਮਾਹੌਲ ਸਿਰਜਦਾ ਹੈ। ਕਸ਼ਤਿੰਦਰਨਾਥ ਦੀ ਚਿੱਤਰਕਾਰੀ ਵਿਲੱਖਣ ਹੈ। ਕਾਗਜ਼ ਤੇ ਡਰਾਇੰਗ ਕਰਨ ਤੋਂ ਬਾਅਦ ਲੋੜ ਅਨੁਸਾਰ ਪਤਲੇ ਧੋਣ ਦੇ ਰੂਪ ਵਿੱਚ ਰੰਗਾਂ ਦੀਆਂ ਹਲਕੇ, ਗੂੜ੍ਹੀਆਂ ਤਾਕਤਾਂ ਨੂੰ ਲਾਗੂ ਕੀਤਾ ਗਿਆ ਹੈ। ਤਸਵੀਰਾਂ ਦਾ ਸੁਮੇਲ ਅਕਸਰ ਲੰਬਕਾਰੀ ਅਤੇ ਅਸਮਿਤ ਹੁੰਦਾ ਹੈ। ਅੰਕੜੇ ਆਮ ਤੌਰ ਤੇ ਸਧਾਰਨ ਪਿਛੋਕੜ ਦੇ ਵਿਰੁੱਧ ਸਾਹਮਣੇ ਦੀਆਂ ਸਥਿਤੀਆਂ ਵਿੱਚ ਦਿਖਾਏ ਜਾਂਦੇ ਹਨ, ਜੋ ਕਿ ਨਰਮ, ਭਾਵਨਾਤਮਕ ਅਤੇ ਲੰਬੇ ਹੁੰਦੇ ਹਨ। ਵਾਲ ਅਤੇ ਕੱਪੜੇ ਸ਼ਾਨਦਾਰ ਅਤੇ ਸੁੰਦਰ ਹਨ। ਬਹੁਤ ਜ਼ਿਆਦਾ ਵਰਣਨਯੋਗਤਾ ਤੋਂ ਪਰਹੇਜ਼ ਕੀਤਾ ਗਿਆ ਹੈ। ਉਸ ਦੀਆਂ ਸਭ ਤੋਂ ਵਧੀਆ ਪੇਂਟਿੰਗਾਂ ਚੈਤਨਈ ਦੀਆਂ ਹਨ। ਰੁੱਖਾਂ ਅਤੇ ਵੇਲਾਂ ਦੇ ਟੇਢੇ ਰੂਪਾਂ ਨੇ ਉਸ ਦੇ ਮਨ ਨੂੰ ਰੌਸ਼ਨ ਕਰ ਦਿੱਤਾ ਹੈ। ਯਮੁਨਾ, ਅਬਿਸਾਰਿਕਾ ਗੀਤ, ਗੋਵਿੰਦ ਲਕਸ਼ਮੀ ਅਤੇ ਪੁਸ਼ਪਾ ਪ੍ਰਚਾਇਕਾ ਆਦਿ ਉਸ ਦੀਆਂ ਪ੍ਰਸਿੱਧ ਰਚਨਾਵਾਂ ਹਨ। ਕਸ਼ਤਿੰਦਰਨਾਥ ਦੀਆਂ ਪੇਂਟਿੰਗਾਂ ਵਿੱਚ ਡਰਾਇੰਗ ਦਾ ਬਹੁਤ ਮਹੱਤਵ ਹੈ ਅਤੇ ਉਸ ਦੀ ਸ਼ੈਲੀ ਦਾ ਆਧਾਰ ਵੀ ਇਹੀ ਹੈ। ਉਸ ਦੀਆਂ ਲਾਈਨਾਂ ਦੇ ਸਿਰੇ ਵੱਖਰੇ ਤੌਰ ਤੇ ਨਰਮ ਲੈਅ ਬਣਾਉਂਦੇ ਹਨ ਅਤੇ ਦੁਪੱਟੇ ਦੇ ਸਿਰੇ ਉੱਡਦੇ ਅਤੇ ਤੈਰਦੇ ਵਾਲਾਂ ਦੇ ਸਟਾਈਲ ਅਤੇ ਗਹਿਣਿਆਂ ਆਦਿ ਵਿੱਚ ਦੇਖੇ ਜਾ ਸਕਦੇ ਹਨ। ਰੇਖਾਵਾਂ ਦੇ ਮੁਕਾਬਲੇ ਰੰਗ ਨਰਮ ਅਤੇ ਸੁਮੇਲ ਹਨ, ਰੰਗੀਨ, ਸੀਮਤ ਅਤੇ ਮਿੱਠੇ ਹਨ ਅਤੇ ਕਈ ਥਾਵਾਂ ਤੇ ਉਸਨੇ ਰੰਗਾਂ ਦੀਆਂ ਵੱਖ-ਵੱਖ ਸ਼ਕਤੀਆਂ ਦੀ ਵਰਤੋਂ ਵੀ ਕੀਤੀ ਹੈ।